ਹੈਲੋ ਸਟੂਡੈਂਟ, ਅੱਜ ਆਪਾਂ 9ਵੀਂ ਦੀ ਸਾਹਿਤਮਾਲਾ ਵਿੱਚੋਂ ਵਾਰਤਕ ਭਾਗ ਵਹਿਮੀ ਤਾਇਆ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਵਹਿਮੀ ਤਾਇਆ ਵਾਰਤਕ ਹੈ ਜੋ ਸੂਬਾ ਸਿੰਘ ਦੁਆਰਾ ਲਿਖਿਆ ਗਿਆ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਸੂਬਾ ਸਿੰਘ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੌਣ ਸਨ, ਉਹਨਾਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਲਿਖੀਆਂ। ਸੂਬਾ ਸਿੰਘ ਦਾ ਜਨਮ 1912 ਈਸਵੀ ਵਿੱਚ ਪਿੰਡ ਉਦੋ ਨਗਰ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਰਦਾਰ ਰਾਮ ਸਿੰਘ ਦੇ ਘਰ ਹੋਇਆ। ਸੂਬਾ ਸਿੰਘ ਨੇ MA ਹਿਸਾਬ ਦੀ ਕੀਤੀ, ਫਿਰ ਫੌਜ ਵਿੱਚ ਭਰਤੀ ਹੋ ਗਏ। ਦੂਜੇ ਸੰਸਾਰ ਯੁੱਧ ਵਿੱਚ ਜਾਪਾਨੀਆਂ ਦੀ ਕੈਦ ਕੱਟੀ। ਸੂਬਾ ਸਿੰਘ ਕੁਝ ਸਮਾਂ ਸਿੰਗਾਪੁਰ ਅਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਵੀ ਕੈਦ ਰਹੇ। ਆਪ ਨੇ ਸਾਹਿਤਕ ਜੀਵਨ ਪੱਤਰਕਾਰੀ ਤੋਂ ਸ਼ੁਰੂ ਕੀਤਾ, ਅਖਬਾਰਾਂ ਦੀ ਸੰਪਾਦਕੀ ਕੀਤੀ ਅਤੇ ਫਿਰ ਜਿਹੜੇ ਲੋਕ ਸੀ ਉਹਨਾਂ ਦੇ ਸੰਪਰਕ ਵਿੱਚ ਆਏ ਅਤੇ ਸੰਪਰਕ ਵਿਭਾਗ ਦੇ ਅਧਿਕਾਰੀ ਰਹੇ। ਇਸ ਪਿੱਛੋਂ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਉਂਤ ਦੇ ਵਿਕਾਸ ਵਿਭਾਗ ਦੇ ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਕੱਤਰ ਵਿੱਚ ਪ੍ਰੈਸ ਸਕੱਤਰ ਵੀ ਰਹੇ। ਸੂਬਾ ਸਿੰਘ ਹਾਸ ਵਿਅੰਗ ਦਾ ਲੇਖਕ ਕਰਕੇ ਜਾਣੇ ਜਾਂਦੇ ਸਨ। ਅਤ ਗੰਭੀਰ ਵਾਲੀ ਗੱਲ ਇਹ ਹੈ ਕਿ ਹਾਸੇ ਦੀ ਸੁਰ ਵਿੱਚ ਪੇਸ਼ ਕਰ ਸਕਦੇ ਹਨ ਅਤੇ ਹਾਸੇ ਵਾਲੀ ਗੱਲ ਨੂੰ ਅਤੀ ਗੰਭੀਰ ਸੁਰ ਵਿੱਚ। ਇਉਂ ਪਾਠਕ ਉਹਨਾਂ ਦੀ ਰਚਨਾ ਨੂੰ ਸਵਾਦ ਲੈ ਲੈ ਕੇ ਪੜ੍ਹਦੇ ਸਨ। ਕਹਿਣ ਦਾ ਭਾਵ ਇਹ ਹੈ ਕਿ ਉਹ ਆਪਣੀਆਂ ਰਚਨਾਵਾਂ ਵਿੱਚ ਇਹੋ ਜਿਹੀ ਰਚਨਾ ਕਰਦੇ ਸਨ ਕਿ ਲੋਕਾਂ ਨੂੰ ਮੱਲੋ ਮੱਲੀ ਹਾਸਾ ਆ ਜਾਂਦਾ ਸੀ। ਕਵਿਤਾ ਦੇ ਖੇਤਰ ਵਿੱਚ ਹੀਰ ਸੂਬਾ ਸਿੰਘ ਬਹੁਤ ਮਕਬੂਲ ਹੋਈ ਹੈ ਅਤੇ ਅੱਗ ਤੇ ਪਾਣੀ, ਤੋਪਾਂ ਦੇ ਪਰਛਾਵੇਂ ਥੱਲਿਓਂ, ਗਲਤੀਆਂ ਤੇ ਅਲੋਪ ਹੋ ਰਹੇ ਚੇਟਕ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ। ਉਹਨਾਂ ਵਿੱਚੋਂ ਇੱਕ ਵਾਰਤਕ ਭਾਗ ਹੈ ਵਹਿਮੀ ਤਾਇਆ, ਜਿਸ ਬਾਰੇ ਆਪਾਂ ਪੜ੍ਹਨ ਜਾ ਰਹੇ ਹਾਂ। ਇਸ ਵਿੱਚ ਉਹਨਾਂ ਨੇ ਲਿਖਿਆ, ਇਹ ਦੱਸਣ ਦਾ ਯਤਨ ਕੀਤਾ ਹੈ ਕਿ ਕਈ ਲੋਕ ਸਾਰੀ ਉਮਰ ਹੀ ਵਹਿਮਾਂ ਭਰਮਾਂ ਵਿੱਚ ਫਸੇ ਰਹਿੰਦੇ ਹਨ। ਉਹ ਨਿੱਕੀ ਤੋਂ ਨਿੱਕੀ ਗੱਲ ਉੱਪਰ ਵਹਿਮ ਕਰਕੇ ਆਪਣੀ ਜ਼ਿੰਦਗੀ ਨੂੰ ਨੀਰਸ ਬਣਾ ਲੈਂਦੇ ਹਨ। ਇਸ ਵਾਰਤਕ ਵਿੱਚ ਲੇਖ ਦਾ ਸੰਖੇਪ ਹੈ ਕਿ ਵਧੇਰੇ ਵਹਿਮੀ ਹੋਣ ਕਰਕੇ ਸਾਰਾ ਮੁਹੱਲਾ ਤਾਇਆ ਮਨਸਾ ਰਾਮ ਨੂੰ ਵਹਿਮੀ ਤਾਇਆ ਆਖਦਾ ਹੈ। ਤਾਏ ਨੂੰ ਸ਼ੁਰੂ ਤੋਂ ਹੀ ਵਹਿਮਾਂ ਨਾਲ ਬਹੁਤ ਪਿਆਰ ਹੈ। ਲੇਖਕ ਜਦੋਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ, ਤਾਇਆ ਇੱਕ ਦੁਕਾਨ ਵਿੱਚ ਬੈਠਾ ਹੋਇਆ ਸੀ। ਉਸਦੇ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਤੇ ਅਤੇ ਮੂੰਹ ਵਿੱਚ ਥਰਮਾਮੀਟਰ ਸੀ। ਤਾਏ ਨੂੰ ਵਹਿਮ ਸੀ ਕਿ ਉਸਨੂੰ ਬੁਖਾਰ ਹੋ ਗਿਆ ਹੈ, ਪਰ ਲੇਖਕ ਨੇ ਤਾਏ ਨੂੰ ਦੱਸਿਆ ਕਿ ਉਸਨੂੰ ਕੋਈ ਬੁਖਾਰ ਨਹੀਂ ਹੈ, ਬਸ ਐਵੇਂ ਵਹਿਮ ਹੀ ਹੈ। ਪਰ ਤਾਇਆ ਲੇਖਕ ਦੀ ਗੱਲ ਤੋਂ ਗੁੱਸੇ ਹੋ ਕੇ ਬੋਲਣ ਲੱਗ ਪਿਆ। ਇੱਕ ਵਾਰੀ ਤਾਏ ਮਨਸੇ ਰਾਮ ਨੂੰ ਇਹ ਵਹਿਮ ਲੱਗ ਗਿਆ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ। ਉਸਨੇ ਜਦੋਂ ਵੀ ਕਿਸੇ ਵਿਅਕਤੀ ਨੂੰ ਮਿਲਣਾ ਤਾਂ ਅੱਧਾ ਘੰਟਾ ਸਾਬਣ ਨਾਲ ਹੀ ਹੱਥ ਧੋਈ ਜਾਂਦੇ। ਜੇਕਰ ਕਿਸੇ ਵਿਅਕਤੀ ਨੇ ਉਸਦੇ ਮੰਜੇ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਤਾਏ ਨੇ ਮੰਜੇ ਉੱਪਰ ਵਿਛੀ ਚਾਦਰ ਨੂੰ ਗਰਮ ਪਾਣੀ ਨਾਲ ਧੋਣਾ, ਮੰਜੇ ਨੂੰ ਧੁੱਪੇ ਰੱਖ ਕੇ ਸੋਟੀਆਂ ਮਾਰਨੀਆਂ। ਉਸ ਨੇ ਆਉਣ ਵਾਲੇ ਪ੍ਰਤੀ ਆਪਣਾ ਗਿਲਾ ਕਰਦਿਆਂ ਹੀ ਬੁੜਬੁੜਾਉਣਾ ਕਿ ਆਪਣੇ ਕੀਟਾਣੂ ਇੱਥੇ ਝਾੜ ਕੇ ਆਪ ਤੁਰਦੇ ਬਣੇ। ਕੁਰਸੀ ਨੂੰ ਵੀ ਉਬਲਦੇ ਪਾਣੀ ਨਾਲ ਧੋ ਕੇ ਉਸ ਉੱਪਰ ਕੀਰਮਨਾਸ਼ਕ ਪਾਊਡਰ ਪਾਉਣਾ। ਇੱਕ ਵਾਰੀ ਤਾਏ ਮਨਸਾ ਰਾਮ ਦੇ ਕੋਲ ਗਵਾਂਢੀਆਂ ਦਾ ਬੱਚਾ ਖੇਡ ਰਿਹਾ ਸੀ। ਜਦੋਂ ਉਸ ਬੱਚੇ ਨੇ ਕਿਸੇ ਮੁਲਾਕਾਤੀ ਨੇ ਉਸ ਨੂੰ ਚੁੰਮਿਆ ਤਾਂ ਤਾਏ ਨੇ ਉਸ ਬੱਚੇ ਨੂੰ ਫੜ ਕੇ ਸਾਬਣ ਲਾ ਕੇ ਉਸ ਨੂੰ ਰਗੜ ਸੁੱਟਿਆ। ਗੱਲ੍ਹਾਂ ਤੇ ਕੰਨਾਂ ਵਿੱਚੋਂ ਖੂਨ ਨਿਕਲ ਪਿਆ। ਜਦੋਂ ਬੱਚੇ ਨੇ ਚਾਚੇ ਤਾਏ ਲਾਠੀਆਂ ਚੁੱਕ ਕੇ ਆ ਗਏ, ਉਸ ਨੂੰ ਇਸ ਹਰਕਤ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਉਹ ਤਾਂ ਉਸਨੂੰ ਕੀਟਾਣੂ ਰਹਿਤ ਕਰ ਰਿਹਾ ਸੀ। ਤਾਏ ਮਨਸਾ ਰਾਮ ਦਾ ਇੱਕ ਵਹਿਮ ਮੱਠਾ ਪੈਂਦਾ ਤਾਂ ਦੂਸਰਾ ਜ਼ੋਰ ਫੜ ਲੈਂਦਾ। ਇੱਕ ਦਿਨ ਤਾਏ ਦਾ ਪੈਰ ਕੁੱਤੇ ਦੀ ਪੂੰਛ ਉੱਪਰ ਹੋ ਗਿਆ। ਉਸ ਵਕਤ ਉਹ ਕਿਸ਼ਨੇ ਹਲਵਾਈ ਕੋਲ ਚਾਹ ਪੀ ਰਿਹਾ ਸੀ। ਤਾਏ ਨੂੰ ਵਹਿਮ ਹੋ ਗਿਆ ਕਿ ਭਾਵੇਂ ਉਸਨੇ ਕੁੱਤੇ ਦੇ ਦੰਦ ਨਹੀਂ ਲਾਇਆ, ਪਰ ਇਸ ਜਾਨਵਰ ਦੀ ਹਵਾੜ ਵੀ ਤਾਂ ਮਾੜੀ ਹੈ ਅਤੇ ਅੱਜ ਕੱਲ੍ਹ ਦੇ ਕੁੱਤੇ ਤਾਂ ਦੰਦ ਲਾਏ ਬਿਨਾਂ ਵੀ ਕੱਟ ਲੈਂਦੇ ਹਨ। ਇਸੇ ਵਹਿਮ ਦਾ ਸ਼ਿਕਾਰ ਹੋ ਕੇ ਤਾਏ ਨੇ ਵੱਖੀ ਵਿੱਚ 14 ਟੀਕੇ ਲਗਵਾਏ। ਉਹ ਹਰ ਛੋਟੇ ਤੋਂ ਛੋਟੇ ਕੁੱਤੇ ਤੋਂ ਵੀ ਡਰਦਾ ਕਿ ਕਿਤੇ ਉਸ ਨੂੰ ਮੁੜ ਕੇ ਵੱਢ ਹੀ ਨਾ ਲਵੇ।
ਇੱਕ ਦਿਨ ਤਾਇਆ ਮਨਸਾ ਰਾਮ ਅੱਧੀ ਰਾਤ ਨੂੰ ਲੇਖਕ ਦੇ ਘਰ ਪਹੁੰਚਿਆ। ਲੇਖਕ ਦੁਆਰਾ ਪੁੱਛਣ ਤੇ ਤਾਏ ਨੇ ਦੱਸਿਆ ਕਿ ਘੋੜੇ ਦੀ ਲਿੱਦ ਕਾਰਨ ਡਿੱਗਣ 'ਤੇ ਉਸ ਦੇ ਗੋਡੇ ਦੀ ਚੱਪਣੀ ਟੁੱਟ ਗਈ ਹੈ। ਟੈਟਨਸ ਦਾ ਟੀਕਾ ਲਗਵਾਉਣ ਲਈ ਉਹ ਡਾਕਟਰ ਦੇ ਘਰ ਰਾਤ ਨੂੰ ਹੀ ਪਹੁੰਚ ਗਿਆ। ਬੜੀ ਹੀ ਮੁਸ਼ਕਲ ਨਾਲ ਇੱਕ ਡਾਕਟਰ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਤਾਏ ਦੇ ਟੀਕਾ ਲਗਾਇਆ। 60 ਰੁਪਏ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦੇ ਕੇ ਤਾਏ ਨੂੰ ਚੈਨ ਆਇਆ। ਤਾਏ ਨੇ ਨਿੱਕੇ ਮੋਟੇ ਵਹਿਮਾਂ ਦਾ ਕੋਈ ਅੰਤ ਨਹੀਂ ਸੀ। ਜੇਕਰ ਕਿਧਰੇ ਕੋਈ ਅਖਬਾਰ ਵਿੱਚ ਦੁਰਘਟਨਾ ਬਾਰੇ ਪੜ੍ਹ ਲੈਂਦਾ ਤਾਂ ਕਹਿੰਦਾ, ਮੈਂ ਤਾਂ ਕਿਹਾ ਸੀ ਕਿ ਪਾਥੀਆਂ ਵਾਲਾ ਗੱਡਾ ਅੱਗੋਂ ਮਿਲਿਆ ਸੀ। ਉਸਨੇ ਕਿਹਾ ਸੀ ਸਫ਼ਰ 'ਤੇ ਨਾ ਜਾ। ਪਤਾ ਨਹੀਂ ਉਹ ਬਚਿਆ ਵੀ ਹੋਣਾ ਕਿ ਨਹੀਂ। ਉਸਨੂੰ ਇਹ ਵਹਿਮ ਸੀ ਕਿ ਹਾਦਸਾ ਕਿਤੇ ਵੀ ਹੋਇਆ ਹੋਵੇ, ਆਪਣੇ ਪਿੰਡ ਵਿੱਚੋਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਨਾ ਕੋਈ ਜ਼ਖਮੀ ਜ਼ਰੂਰ ਹੋਇਆ ਹੋਵੇਗਾ। ਮਨਸਾ ਰਾਮ ਸਰੀਰ ਪੱਖੋਂ ਤਕੜਾ ਹੈ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਪੋਤੇ ਪੋਤੀਆਂ ਸਭ ਕਹਿਣੇਕਾਰ ਹਨ, ਪਰ ਜਦੋਂ ਉਸਨੂੰ ਪੁੱਛਿਆ ਜਾਵੇ ਤਾਂ ਉਹ ਅੱਗਿਓਂ ਕਈ ਬਿਮਾਰੀਆਂ ਦੇ ਨਾਂ ਗਿਣਾ ਦਿੰਦਾ, ਵਹਿਮਾਂ ਭਰਮਾਂ ਬਾਰੇ ਜ਼ਿਕਰ ਕਰਦਾ ਰਹਿੰਦਾ। ਇੱਕ ਵਾਰੀ ਤਾਇਆ ਮਨਸਾ ਰਾਮ ਨੇ ਕਿਸੇ ਬੰਦੇ ਬਾਰੇ ਸੁਣ ਲਿਆ ਕਿ ਉਹ ਦਿਲ ਦੀ ਧੜਕਨ ਰੁਕਣ ਨਾਲ ਮਰ ਗਿਆ ਤਾਂ ਤਾਏ ਨੂੰ ਵੀ ਇਹ ਵਹਿਮ ਚੁੰਮੜ ਗਿਆ, ਉਸਦਾ ਵੀ ਦਿਲ ਫੇਲ ਹੋਵੇਗਾ। ਉਸਨੇ ਲੇਖਕ ਨੂੰ ਕਿਹਾ ਕਿ ਉਹ ਉਸਨੂੰ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾਵੇ। ਇੱਕ ਵਾਰੀ ਤਾਇਆ ਮਨਸਾ ਰਾਮ ਦੇ ਬਹੁਤ ਜ਼ਿਆਦਾ ਕਹਿਣ 'ਤੇ ਲੇਖਕ ਉਸਨੂੰ ਮਾਂਦਰੀ ਕੋਲ ਲੈ ਗਿਆ। ਉਸ ਮਾਂਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵੱਲ ਇਸ਼ਾਰਾ ਕਰਕੇ ਕਿਹਾ, ਇਸ ਆਦਮੀ ਦਾ ਸਿਰ ਨਹੀਂ ਹੈ। ਜਦੋਂ ਉਸਨੇ ਤਾਏ ਕੋਲੋਂ ਇਸ ਬਾਰੇ ਪੁੱਛਿਆ, ਤਾਏ ਨੇ ਵੀ ਕਹਿ ਦਿੱਤਾ ਕਿ ਹਾਂ, ਸਿਰ ਨਹੀਂ ਹੈ। ਲੇਖਕ ਨੇ ਗੁੱਸੇ ਹੋ ਕੇ ਤਾਏ ਨੂੰ ਕਿਹਾ, ਜੇਕਰ ਉਸਦਾ ਸਿਰ ਨਹੀਂ ਹੈ ਤਾਂ ਉਸਨੇ ਪੱਗ ਕਿੱਥੇ ਬੰਨ੍ਹੀ ਹੋਈ ਹੈ। ਇੱਕ ਦਿਨ ਤਾਇਆ ਮਨਸਾ ਰਾਮ ਲੇਖਕ ਕੋਲ ਆ ਕੇ ਕਹਿਣ ਲੱਗਿਆ ਕਿ ਉਹ ਉਸਨੂੰ ਕਿਧਰੇ ਹੋਰ ਲੈ ਚੱਲ। ਲੇਖਕ ਦੇ ਪੁੱਛਣ 'ਤੇ ਤਾਏ ਨੇ ਭਾਰੀ ਆਵਾਜ਼ ਵਿੱਚ ਕਿਹਾ ਕਿ ਉਸਨੂੰ ਜਾਨ ਦਾ ਖਤਰਾ ਹੈ, ਕਿਉਂਕਿ ਗੁਆਂਢੀਆਂ ਦੇ ਸ਼ਿੰਗਾਰੂ ਹੋਰਾਂ ਨੇ ਸਿੰਗ ਮਾਰਨ ਵਾਲੀ ਬੱਕਰੀ ਉਸਦੇ ਮਗਰ ਲਗਾਈ ਹੋਈ ਹੈ। ਉਸਦੇ ਸਿੰਗਾਂ ਨਾਲ ਉਸਨੇ ਛੁਰੀਆਂ ਵੀ ਬੰਨ੍ਹੀਆਂ ਹੋਈਆਂ ਹਨ। ਪਰ ਲੇਖਕ ਦੇ ਲੱਖ ਵਾਰੀ ਸਮਝਾਉਣ ਦੇ ਬਾਵਜੂਦ ਵੀ ਤਾਇਆ ਨਹੀਂ ਮੰਨਿਆ, ਕਿਉਂਕਿ ਵਹਿਮ ਦੀ ਬਿਮਾਰੀ ਦਾ ਇਲਾਜ ਕੋਈ ਨਹੀਂ ਕਰ ਸਕਦਾ। ਇਹ ਸੀ ਬੱਚੇ ਵਹਿਮੀ ਤਾਇਆ ਪਾਠ ਬਾਰੇ ਕਿ ਉਸ ਵਿੱਚ ਕੀ ਦੱਸਿਆ ਗਿਆ ਹੈ। ਹੁਣ ਇਹਦੇ ਨਾਲ ਰਿਲੇਟਿਡ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਦੇਖੋ ਕੀ ਨੇ। ਸਭ ਤੋਂ ਪਹਿਲਾਂ ਕਿ ਵਹਿਮੀ ਪਾਇਆ ਵਾਰਤਕ ਲੇਖ ਦਾ ਸਾਰ ਆਪਣੇ ਸ਼ਬਦਾਂ 'ਚ ਲਿਖੋ। ਸਾਰ ਵਿੱਚ ਤੁਸੀਂ ਬੱਚੇ ਜ਼ਿਆਦਾ ਪੂਰਾ ਡਿਟੇਲ 'ਚ ਨਹੀਂ ਲਿਖਣਾ, ਥੋੜ੍ਹੀਆਂ ਜਿਹੜੀਆਂ ਗੱਲਾਂ ਨੇ ਇਸ ਤਾਏ ਨੇ ਕੀਤੀਆਂ ਨੇ ਉਹ ਤੁਸੀਂ ਇਹਦੇ ਵਿੱਚ ਮੈਂਸ਼ਨ ਕਰਨੀਆਂ ਨੇ। ਅੱਗੇ ਆ ਗਿਆ ਕਿ ਵਹਿਮੀ ਤਾਇਆ ਲੇਖ ਲਿਖਣ ਦਾ ਉਦੇਸ਼ ਕੀ ਹੈ, ਕਿ ਵੀ ਲੇਖਕ ਨੇ ਕਿਉਂ ਲਿਖਿਆ। ਸੰਖੇਪ ਅਤੇ ਢੁਕਵਾਂ ਉੱਤਰ ਦਿਓ। ਲੇਖਕ ਦੁਆਰਾ ਵਹਿਮੀ ਤਾਇਆ ਲੇਖ ਲਿਖਣ ਦਾ ਉਦੇਸ਼ ਇਹ ਦੱਸਣਾ ਹੈ ਕਿ ਜਿਹੜੇ ਲੋਕ ਵਹਿਮਾਂ ਭਰਮਾਂ ਵਿੱਚ ਫਸ ਕੇ ਆਪਣੇ ਆਪ ਮੁਸੀਬਤਾਂ ਵਿੱਚ ਫਸਦੇ ਹਨ, ਅਸਲੀਅਤ ਵਿੱਚ ਉਹ ਕੁਝ ਵੀ ਨਹੀਂ ਹਨ। ਸਾਨੂੰ ਵਹਿਮਾਂ ਭਰਮਾਂ ਵਿੱਚ ਫਸਣ ਦੀ ਬਜਾਏ ਹਕੀਕਤ ਨੂੰ ਪਛਾਣਨਾ ਚਾਹੀਦਾ ਹੈ। ਵਹਿਮਾਂ ਵਰਗੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ। ਨੈਕਸਟ ਪ੍ਰਸ਼ਨ ਹੈ, ਵਹਿਮੀਆਂ ਨਾਲ ਮੁਕਾਬਲਾ ਅਕਲ ਭੁੱਲ ਕਰੇਨ। ਵਹਿਮੀਆਂ ਨਾਲ ਮੁਕਾਬਲਾ ਕਿਉਂ ਨਹੀਂ ਕੀਤਾ ਜਾ ਸਕਦਾ। ਵਹਿਮੀ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾਉਣ ਦਾ ਯਤਨ ਕਰੋ, ਪਰ ਉਹ ਆਪਣੇ ਆਪ ਨੂੰ ਵਹਿਮਾਂ ਭਰਮਾਂ ਨੂੰ ਤਿਆਗਣ ਲਈ ਕਦੇ ਵੀ ਰਾਜ਼ੀ ਨਹੀਂ ਹੁੰਦੇ। ਅਕਲਮੰਦ ਬੰਦਾ ਭਾਵੇਂ ਵਹਿਮੀਆਂ ਨੂੰ ਜਿੰਨੀ ਮਰਜ਼ੀ ਦਲੀਲਾਂ ਦੇਵੇ, ਪਰ ਉਹ ਟਸ ਤੋਂ ਮਸ ਨਹੀਂ ਹੁੰਦੇ। ਇਸੇ ਕਰਕੇ ਹੀ ਉਪਰੋਕਤ ਅਖਾਣ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਅਕਲਮੰਦ ਲੋਕ ਵਹਿਮੀਆਂ ਨਾਲ ਮੁਕਾਬਲਾ ਭੁੱਲ ਕੇ ਵੀ ਨਾ ਕਰਨ। ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਵੇ। ਇਸ ਕਥਨ ਦੇ ਪੱਖ ਵਿੱਚ ਜਾਂ ਵਿਰੋਧ ਵਿੱਚ ਦਲੀਲਾਂ ਦਿਓ। ਇਹ ਬੱਚੇ ਤੁਸੀਂ ਆਪਦੀ ਮਰਜ਼ੀ ਨਾਲ ਵੀ ਇਹਨਾਂ ਵਿੱਚ ਲਿਖ ਸਕਦੇ ਹੋ। ਇਹ ਕਥਨ ਠੀਕ ਹੈ ਕਿ ਹੋਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ ਕੋਈ ਇਲਾਜ ਨਹੀਂ। ਵਹਿਮੀ ਲੋਕ ਨਿਰਾਸ਼ਾਵਾਦੀ ਬਣ ਜਾਂਦੇ ਹਨ। ਉਹ ਆਪਣਾ ਹਰ ਕੰਮ ਡਰ ਕੇ ਕਰਦੇ ਹਨ। ਕਈ ਵਾਰੀ ਉਹਨਾਂ ਨੂੰ ਪ੍ਰਤੱਖ ਉਦਾਹਰਨਾਂ ਦੇ ਕੇ ਸਮਝਾਉਣ ਦੇ ਬਾਵਜੂਦ ਵੀ ਉਹ ਵਹਿਮਾਂ ਦੀ ਅਸਲੀਅਤ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਜਿਸ ਤਰ੍ਹਾਂ ਬਿਮਾਰੀ ਆ ਤਾਂ ਜਾਂਦੀ ਹੈ, ਪਰ ਉਸ ਨੂੰ ਜਾਣ ਲਈ ਸਮਾਂ ਲੱਗਦਾ ਹੈ, ਠੀਕ ਉਸੇ ਤਰ੍ਹਾਂ ਵਹਿਮੀ ਦੇ ਵਹਿਮ ਨੂੰ ਤਰਕ ਨਾਲ ਹੌਲੀ ਹੌਲੀ ਵਧੀਆ ਢੰਗ ਨਾਲ ਸਮਝਾਉਣ 'ਤੇ ਹੋ ਸਕਦਾ ਹੈ ਕਿ ਉਹ ਤੁਹਾਡੀ ਗੱਲ ਦਲੀਲ ਨੂੰ ਸਮਝ ਕੇ ਅਤੇ ਸਿੱਧੇ ਰਸਤੇ 'ਤੇ ਆ ਜਾਵੇ।
ਵਹਿਮੀ ਤਾਇਆ ਲੇਖ ਵਿੱਚ ਤਾਇਆ ਮਨਸਾ ਰਾਮ ਦੇ ਕੁਝ ਦਿਲਚਸਪ ਵਹਿਮਾਂ ਬਾਰੇ ਜ਼ਿਕਰ ਕਰੋ। ਲੇਖ ਵਹਿਮੀ ਤਾਇਆ ਵਿੱਚ ਲੇਖਕ ਨੇ ਤਾਇਆ ਮਨਸਾ ਰਾਮ ਦੇ ਬਹੁਤ ਸਾਰੇ ਦਿਲਚਸਪ ਵਹਿਮਾਂ ਨੂੰ ਪ੍ਰਗਟ ਕੀਤਾ ਹੈ। ਤਾਏ ਮਨਸਾ ਰਾਮ ਨੂੰ ਲੈ ਕੇ ਆਰੰਭ ਵਿੱਚ ਹੀ ਬੁਖਾਰ ਰੂਪੀ ਵਹਿਮ ਦੇ ਭੂਤ ਨੂੰ ਜਕੜ ਲਿਆ ਹੈ। ਉਸ ਤੋਂ ਬਾਅਦ ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਹਰ ਇੱਕ ਬੰਦੇ ਦੇ ਸਰੀਰ ਵਿੱਚ ਬਿਮਾਰੀ ਦੇ ਕੀਟਾਣੂ ਜੁੜੇ ਹੁੰਦੇ ਹਨ। ਕੀਟਾਣੂਆਂ ਦਾ ਵਹਿਮ ਅਜੇ ਮੱਠਾ ਹੀ ਪੈਂਦਾ ਹੈ ਕਿ ਕੁੱਤਿਆਂ ਦੇ ਵੱਢਣ ਦਾ ਡਰ ਹੋ ਜਾਂਦਾ ਹੈ ਅਤੇ ਉਹਨਾਂ ਦੀ ਮਾੜੀ ਹਵਾੜ ਦਾ ਵਹਿਮ ਤਾਏ ਨੂੰ ਦੁਖੀ ਕਰ ਮਾਰਦਾ ਹੈ। ਘੋੜੀ ਦੀ ਲਿੱਦ ਉੱਪਰੋਂ ਤਿਲਕ ਕੇ ਟੈਟਨਸ ਦਾ ਟੀਕਾ ਲਗਵਾਉਣ ਦੀ ਜਿੱਦ ਵੀ ਤਾਏ ਦੇ ਵਹਿਮ ਨੂੰ ਉਜਾਗਰ ਕਰਦੀ ਹੈ। ਕਿਸੇ ਵੱਡੇ ਆਦਮੀ ਦੇ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਹੋਣ 'ਤੇ ਤਾਏ ਨੂੰ ਆਪਣਾ ਫਿਕਰ ਪੈ ਜਾਂਦਾ ਹੈ। ਸਿੰਗ ਮਾਰਨ ਵਾਲੀ ਬੱਕਰੀ ਪ੍ਰਤੀ ਤਾਏ ਮਨਸਾ ਰਾਮ ਦਾ ਵਹਿਮ ਹਾਸ ਰਸ ਦੇ ਨਾਲ ਨਾਲ ਲੇਖਕ ਨੂੰ ਵੀ ਦਿਲਚਸਪ ਬਣਾਉਂਦਾ ਹੈ। ਇਹ ਸੀ ਬੱਚੇ ਇਹਦੇ ਨਾਲ ਪ੍ਰਸ਼ਨ ਉੱਤਰ। ਅੱਗੇ ਆ ਗਿਆ ਮੁਹਾਵਰਿਆਂ ਨੂੰ ਵਾਕ। ਫਸਟ ਹੈ ਹੱਥਾਂ ਪੈਰਾਂ ਦੀ ਪੈਣਾ ਘਬਰਾ ਜਾਣਾ। ਵਾਕ ਤੁਸੀਂ ਆਪਦੀ ਮਰਜ਼ੀ ਨਾਲ ਵੀ ਬਣਾ ਸਕਦੇ ਹੋ। ਕਪਾਲ ਕਿਰਿਆ ਕਰਨਾ ਬਿਲਕੁਲ ਖਤਮ ਕਰ ਦੇਣਾ। ਹਰਨ ਚੌਕੜੀਆਂ ਭਰਨਾ ਡਰ ਕੇ ਦੌੜਨਾ। ਸਿੱਕਾ ਢਾਲਣਾ ਕੰਮ ਕਰਨਾ ਔਖਾ ਹੋਣਾ ਜਾਣਾ। ਦੋਦੇ ਬਣਾਉਣਾ ਸੌਖਾ ਕੰਮ ਕਰਾਉਣਾ। ਇਹ ਸੀ ਬੱਚੇ ਇਹਦੇ ਨਾਲ ਰਿਲੇਟਿਡ ਬੁੱਕ ਵਰਕ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਚੈਪਟਰ ਹੈ ਸਮਝ ਆ ਗਿਆ ਹੋਵੇਗਾ। ਧੰਨਵਾਦ।